ਬਿਸਮਿਲ੍ਲਾਹਿਰਰਹਿਮਾनिर्रहीम ਦੋਸਤੋ, ਪਾਕਿਸਤਾਨ ਕਿਸਾਨ ਟੀਵੀ ਦੇ ਨਾਲ ਮੈਂ ਤੁਹਾਡਾ ਮੇਜ਼ਬਾਨ ਮੀਆਂ ਤਸਵਰ ਇਜਾਜ਼। ਅੱਜ ਜਿਹੜਾ ਅਸੀਂ ਡਿਸਕਸ ਕਰਨ ਲੱਗੇ ਹਾਂ ਕਿ ਜਿਸ ਟਾਈਮ ਸਾਡੀ ਮੁੰਜੀ ਦੀ ਫਸਲ ਗੋਭ ਦੀ ਹਾਲਤ 'ਚ ਹੋਵੇ ਉਸ ਟਾਈਮ ਅਸੀਂ ਮੁੰਜੀ ਨੂੰ ਕਿਹੜੀ ਖੁਰਾਕ ਦੇ ਸਕਨੇ ਔਰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ। ਪਹਿਲੇ ਤਾਂ ਜਿਹੜੀ 1847 ਦੀ ਫੀਲਡ ਦੇ ਵਿੱਚ ਅਸੀਂ ਖੜੇ ਹਾਂ, ਅਸੀਂ ਬੜੇ ਫਖਰ ਨਾਲ ਤੇ ਮਾਣ ਨਾਲ ਦੱਸਨੇ ਆ ਕਿ 1847 ਮੌਜੂਦਾ ਦੌਰ ਦੀ ਬਿਹਤਰੀਨ ਵੈਰਾਈਟੀ ਹੈ ਔਰ ਇਨਸ਼ਾਅੱਲਾ ਤਾਲਾ ਜਿਹੜੇ ਕਿਸਾਨ ਦਾ ਕੋਈ ਹਲਕਾ ਫੁਲਕਾ ਜਿਹੜਾ ਨਾ ਉਹ ਰਹਿ ਗਿਆ ਨਾ ਜ਼ੇਨ 'ਚ ਡਾਊਟ, ਉਹ ਇਸ ਦਫਾ ਨਿਕਲ ਜਾਏਗਾ ਔਰ ਨੈਕਸਟ ਈਅਰ ਦੇ ਵਿੱਚ ਇਨਸ਼ਾਅੱਲਾ ਤਾਲਾ ਸਭ ਕਿਸਾਨ 1847 ਨੂੰ ਲੱਭਦੇ ਫਿਰਨਗੇ। ਅਗਰ ਤੁਸੀਂ ਫਸਲ ਦੀ ਪੋਜੀਸ਼ਨ ਦੇਖਣੀ ਹੋਵੇ, ਫਸਲ ਬਿਲਕੁਲ ਗੋਭ 'ਚ, ਗੋਭ ਦੀ ਅਲਾਮਾਤ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਵਾਂਗਾ। ਇਹ ਜ਼ਰਾ ਸ਼ੇਰ ਫਸਲ ਦਿਖਾ, ਬਿਲकुल ਇੱਕੋ ਜੀ ਖੂਬਸੂਰਤ ਫਸਲ ਤਕਰੀਬਨ ਜਿਹੜਾ ਨਾ 50 ਤੋਂ 52 ਦਿਨ ਦੀ ਫਸਲ ਹੈ। ਇਸ ਸਾਈਡ ਤੇ ਵੀ ਦਿਖਾ, 50 ਤੋਂ 52 ਦਿਨ ਦੀ ਫਸਲ ਹੈ। ਇਹ ਪਾਕਿਸਤਾਨ ਕਿਸਾਨ ਟੀਵੀ ਦਾ ਬੀਜ ਹੈ ਜਨਾਬ। ਇਹਦੇ ਵਿੱਚ ਇਨਸ਼ਾਅੱਲਾ ਤਾਲਾ ਕੋਈ ਇੱਕ ਦਾਣਾ, ਸ਼ਾਇਦ ਕਸਮ ਖਾਣ ਨੂੰ ਨਹੀਂ, ਅਸੀਂ ਕਸਮ ਨਹੀਂ ਦੇ ਸਕਦੇ, ਕੋਈ ਇੱਕ ਦਾਣਾ ਸ਼ਾਇਦ ਅਦਰ ਵੈਰਾਈਟੀ ਦਾ ਆ ਸਕਦਾ, ਵਰਨਾ ਨਹੀਂ ਇਨਸ਼ਾਅੱਲਾ ਤਾਲਾ ਕੋਈ ਇੱਕ ਦਾਣਾ ਵੀ ਨਹੀਂ ਆਏਗਾ। ਅੱਛਾ, ਹੁਣ ਫਸਲ ਦੀ ਜਿਹੜੀ ਗੋਭ ਦੀ ਪੋਜੀਸ਼ਨ ਹੁੰਦੀ ਨਾ ਉਹ ਕਿਸ ਟਾਈਮ ਹੁੰਦੀ ਹੈ। ਮਿਸਾਲ ਦੇ ਤੌਰ ਤੇ ਇਹ ਸਾਡੇ ਕੋਲ ਇੱਕ ਟਿਲਰ ਹੈ, ਇਹਦੀ ਗੋਭ ਦੀ ਪੋਜੀਸ਼ਨ ਜਿਹੜੀ ਨਾ ਉਹ ਕਿਹੜੀ ਹੈ। ਗੋਭ ਦੀ ਪੋਜੀਸ਼ਨ ਆਮ ਜਿਹੜਾ ਦੇਸੀ ਜ਼ਬਾਨ ਦੇ ਵਿੱਚ ਨਾ ਅਸੀਂ ਉਹਨੂੰ ਨਾ, ਸਾਡੇ ਕੋਲ ਸਾਦਾ ਜਿਹਾ ਇੱਕ ਕੁਲੀਆ ਹੁੰਦਾ ਹੈ ਕਿ ਇਸ ਜਗ੍ਹਾ ਤੋਂ ਪੌਦਾ ਥੋੜਾ ਜਿਹਾ ਮੋਟਾ ਹੋਣਾ ਸ਼ੁਰੂ ਹੋ ਜਾਏਗਾ, ਯਾਨੀ ਇਸ ਜਗ੍ਹਾ ਤੇ ਇਹਦੇ ਵਿੱਚ ਮੁੰਜਰ ਬਣਨਾ ਸ਼ੁਰੂ ਹੋ ਗਿਆ ਹੈ। ਔਰ ਇੱਕ ਨਿਸ਼ਾਨੀ ਇਹ ਆ। ਦੂਸਰੀ ਚੀਜ਼ ਇਹ ਆ ਕਿ ਇਹ ਜਗ੍ਹਾ ਤੇ ਆਖਰੀ ਜਿਹੜਾ ਪੱਤਾ ਹੈ ਨਾ, ਆਖਰੀ ਪੱਤਾ, ਉਸ ਤੋਂ ਬਾਅਦ ਫੋਟ ਬੰਦ ਹੋ ਜਾਏਗੀ। ਅਗਰ ਤੁਸੀਂ ਗੌਰ ਕਰੋਗੇ ਇਹ ਫੋਟ ਨਹੀਂ ਹੈਗੀ, ਸਾਈਡ ਦਾ ਟਿਲਰ ਹੈ, ਫੋਟ ਬੰਦ ਹੋ ਜਾਏਗੀ। ਹੁਣ ਜਦੋਂ ਨਿਕਲੇਗਾ ਮੁੰਜਰ ਨਿਕਲੇਗਾ, ਇਸ ਤੋਂ ਬਾਅਦ ਪੱਤਾ ਨਹੀਂ ਨਿਕਲਣਾ। ਔਰ ਅਗਰ ਤੁਸੀਂ ਇਹ ਮੋਟੇ ਹਿੱਸੇ ਨੂੰ ਖੋਲ ਕੇ ਦੇਖੋ ਤੇ ਇਹਦੇ ਵਿੱਚ ਤੁਹਾਨੂੰ ਮੁੰਜਰ ਬਣਿਆ ਹੋਇਆ ਨਜ਼ਰ ਆਏਗਾ। ਇਹ ਤੁਸੀਂ ਦੇਖ ਸਕਦੇ ਜੀ, ਇਹਦੇ ਵਿੱਚ ਮੁੰਜਰ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਇਹ ਗੋਭ ਦੀ ਹਾਲਤ ਹੈ। ਇਸ ਪੋਜੀਸ਼ਨ ਦੇ ਵਿੱਚ ਸਾਡੇ ਫਸਲ ਨੂੰ ਜਿਹੜਾ ਨਾ, ਵੈਸੇ ਤਾਂ ਹਰ ਖਾਦ ਦੀ ਜ਼ਰੂਰਤ ਹੁੰਦੀ ਹੈ, ਲੇਕਿਨ ਅਸੀਂ ਦੇਖਣਾ ਇਹ ਆ ਕਿ ਅਸੀਂ ਬੁਨਿਆਦ ਦੇ ਵਿੱਚ ਜਾਂ ਦੌਰਾਨੇ ਫਸਲ ਅਸੀਂ ਕਿਹੜੀ ਖਾਦ ਪਾ ਚੁੱਕੇ ਹਾਂ, ਕਿਹੜੀ ਸਾਡੀ ਖਾਦ ਨਹੀਂ ਪੈ ਚੁੱਕੀ, ਕਿਉਂਕਿ ਮੁਤਵਾਜ਼ਨ ਖੁਰਾਕ ਔਰ ਹਰ ਖਾਦ ਨੂੰ ਮਿਲਾ ਕੇ ਪਾਣਾ ਇੰਤਹਾਈ ਜ਼ਰੂਰੀ ਹੈ। ਇਸ ਟਾਈਮ ਦੇ ਉੱਤੇ ਮੇਰੀ ਰਿਕਮੈਂਡੇਸ਼ਨ ਜਿਹੜੀ ਹੈ ਉਹ 15 ਤੋਂ 20 ਕਿਲੋ ਯੂਰੀਆ, ਪੂਰੇ ਏਕੜ ਲਈ 15 ਤੋਂ 20 ਕਿਲੋ ਯੂਰੀਆ। ਔਰ ਅਗਰ ਤੁਸੀਂ ਪਹਿਲੇ ਪੋਟਾਸ਼ ਨਹੀਂ ਪਾਇਆ ਤੇ ਇਸ ਟਾਈਮ ਕਮ ਅਜ਼ ਕਮ ਕੋਈ ਅੱਛਾ ਪੋਟਾਸ਼ ਜਿਹੜਾ ਨਾ 3 ਤੋਂ 4 ਲੀਟਰ ਜਾਂ 5-6 ਲੀਟਰ ਤੱਕ ਜਿਹੜਾ ਨਾ ਆਪਣੀ ਕੈਪੈਸਿਟੀ ਦੇ ਮੁਤਾਬਕ ਉਹ ਫਲੱਡ ਕਰੋ। ਔਰ ਇਹਨੂੰ ਪਾਣੀ ਜਿਹੜਾ ਨਾ ਇਸ ਟਾਈਮ ਤੋਂ ਬਾਅਦ ਜਾਂ ਇਸ ਤੋਂ ਕੋਈ 4 ਦਿਨ ਪਹਿਲੇ ਵੀ, 5-8 ਦਿਨ ਪਹਿਲੇ ਵੀ ਇਹਨੂੰ ਪਾਣੀ ਹਰ 5-6 ਦਿਨ ਦੇ ਵਕਫੇ ਨਾਲ ਇਹਨੂੰ ਪਾਣੀ ਦਿੰਦੇ ਰਹਿਣਾ। ਪਾਣੀ ਖੜਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਪਾਣੀ ਖੜਾ ਕਰਨਾ ਇਸ ਸਟੇਜ ਤੇ ਆ ਕੇ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਕਰਦਾ ਹੈ, ਕਿਉਂਕਿ ਕਾਫੀ ਸਾਰੀਆਂ ਬਿਮਾਰੀਆਂ ਪਾਣੀ ਖੜਾ ਕਰਨ ਦੀ ਵਜ੍ਹਾ ਤੋਂ ਆ ਜਾਂਦੀਆਂ ਨੇ। ਇਸ ਲਈ ਪਾਣੀ ਖੜਾ ਕਰਨ ਦੀ ਕੋਈ ਜ਼ਰੂਰਤ ਨਹੀਂ, ਬਸ ਪਾਣੀ ਜਿਹੜਾ ਨਾ ਪਿਆਵਾਂ ਲਾ ਦੇਣਾ 5ਵੇਂ 6ਵੇਂ ਦਿਨ ਜਾਂ 7ਵੇਂ ਦਿਨ। ਔਰ ਉਸ ਤੋਂ ਇਲਾਵਾ ਅਗਰ ਤੁਸੀਂ ਦੇ ਸਕੋ ਤੇ ਕੋਈ 2 ਤੋਂ 3 kg ਜਿਹੜਾ ਨਾ ਉਹ ਜ਼ਿੰਕ ਮੈਂ ਰਿਕਮੈਂਡ ਕਰਨਾ ਇਸ ਸਟੇਜ ਦੇ ਉੱਤੇ, ਕਿਉਂਕਿ ਜ਼ਿੰਕ ਜਿਹੜਾ ਹੁੰਦਾ ਉਹ ਤੁਹਾਡੇ ਵਾਸਕੂਲਰ ਸਿਸਟਮ ਜਿਹੜਾ ਹੁੰਦਾ ਨਾ ਪੌਦੇ ਦਾ, ਯਾਨੀ ਖੁਰਾਕ ਤੇ ਪਾਣੀ ਦੀ ਨਿਕਾਸੀ ਉਹ ਬਹੁਤ ਫਾਸਟ ਕਰ ਦਿੰਦਾ ਹੈ ਔਰ ਉਹਦੀ ਵਜ੍ਹਾ ਤੋਂ ਪੌਦੇ ਦੀ ਜਿਹੜੀ ਹੈਲਥ ਹੈ ਉਹ ਬਿਹਤਰੀਨ ਹੋ ਜਾਂਦੀ ਹੈ। ਔਰ ਇਸ ਜਗ੍ਹਾ ਤੇ ਦੂਸਰੀ ਸਾਈਡ ਤੇ, ਇਹ ਤਾਂ ਖੁਰਾਕ ਹੋਗੀ, ਦੂਸਰੀ ਸਾਈਡ ਤੇ ਇੱਕ ਹੋਰ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਹੈ। ਉਹ ਇਹ ਹੁੰਦੀ ਹੈ ਕਿ ਇਸ ਜਗ੍ਹਾ ਤੇ ਫਸਲ ਬਹੁਤ ਜ਼ਿਆਦਾ ਕ੍ਰਿਟੀਕਲ ਹਾਲਾਤ ਦੇ ਵਿੱਚ ਹੁੰਦੀ ਹੈ ਔਰ ਕੁਝ ਚੀਜ਼ਾਂ ਸਾਨੂੰ ਸਪਰੇਅ ਵੀ ਕਰਨੀਆਂ ਪੈਂਦੀਆਂ। ਮਿਸਾਲ ਦੇ ਤੌਰ ਤੇ ਇਸ ਟਾਈਮ ਅਸੀਂ ਮੈਂ ਜਿਹੜਾ ਫਾਰਮੂਲਾ ਯੂਜ਼ ਕਰ ਰਿਹਾ ਇਸ ਟਾਈਮ ਤੇ, ਇੱਕ ਤਾਂ ਮੈਂ ਜਿਹੜਾ ਨਾ ਫੰਗਸ ਦਾ ਸਪਰੇਅ ਕਰ ਰਿਹਾ, ਫੰਜੀਸਾਈਡ ਨਟੀਵੋ ਦੇ ਨਾਂ ਦਾ ਮੈਂ ਸਪਰੇਅ ਕਰ ਰਿਹਾ ਬਾਹਰ ਦਾ। ਦੂਸਰਾ ਮੈਂ ਇਹਦੇ ਨਾਲ ਕੋਈ ਜਿਹੜਾ ਨਾ ਕੋਈ ਵੀ ਐਸ ਕੈਮੀਕਲ ਜਿਹੜਾ ਨਾ, ਜਿਸ ਤਰ੍ਹਾਂ ਲਿਊਫਨਰਾਨ ਹੈ, ਬੇਸ਼ੱਕ ਆਮ ਕੈਮੀਕਲ ਹੈ, ਜਾਂ ਸਾਡਾ ਐਮਾਮੈਕਟਨ ਹੈ, ਆਮ ਕੈਮੀਕਲ ਹੈ, ਜਿਹੜਾ ਅਸੀਂ ਪੱਤਾ ਲਪੇਟ ਦੇ ਕੰਟਰੋਲ ਲਈ, ਬਹੁਤ ਮਹਿੰਗਾ ਸਪਰੇਅ ਇੱਥੇ ਪੱਤਾ ਲਪੇਟ ਦੇ ਕੰਟਰੋਲ ਲਈ ਕਰਨ ਦੀ ਕੋਈ ਜ਼ਰੂਰਤ ਨਹੀਂ, ਕਿਉਂ ਪੱਤਾ ਲਪੇਟ ਦੀ ਸਟੇਜ ਆਲਮੋਸਟ ਇਸ ਤੋਂ ਪਹਿਲੇ ਗੁਜ਼ਰ ਚੁੱਕੀ ਹੁੰਦੀ ਹੈ। ਔਰ ਇੱਕ ਤਾਂ ਇਹ ਸਪਰੇਅ ਨਾਲ ਇਸਤੇਮਾਲ ਕਰਨਾ ਹੈ। ਦੂਸਰਾ, ਅਗਰ ਤੁਸੀਂ ਕਰ ਸਕੋ, ਅਗਰ ਤੁਹਾਡੇ ਫਸਲ ਦੇ ਉੱਤੇ ਤੁਹਾਨੂੰ ਮਹਿਸੂਸ ਹੋਏ ਕਿ ਤੁਹਾਡੇ ਪੱਤੇ ਜਿਸ ਤਰ੍ਹਾਂ ਹਲਕਾ ਜਾਂ ਪੱਤਾ ਉਸਲੀ ਸਾਈਡ ਤੋਂ ਪੀਲਾ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ, ਇਹਦੇ ਨਾਲ ਤੁਸੀਂ ਇੱਕ ਇਲੀਅਟ ਪ੍ਰੋਡਕਟ ਹੈ, ਉਹਦੇ ਵਿੱਚ ਕੈਮੀਕਲ ਹੁੰਦਾ ਫੋਸਟਾਈਲ ਐਲੂਮੀਨੀਅਮ, ਉਹ ਤੁਸੀਂ ਕਿਸੇ ਵੀ ਬ੍ਰਾਂਡ ਦਾ ਲੈ ਸਕਦੇ ਹੋ। ਫੋਸਟਾਈਲ ਐਲੂਮੀਨੀਅਮ ਕੈਮੀਕਲ ਹੈ, ਉਹ ਵੀ ਨਾਲ ਮਿਲਾ ਕੇ ਸਪਰੇਅ ਕਰੋ। ਇਹ 3 ਚੀਜ਼ਾਂ ਮਿਲਾ ਕੇ ਤੁਸੀਂ ਇੱਕ ਇਸ ਜਗ੍ਹਾ ਤੇ ਸਪਰੇਅ ਕਰਨਾ ਹੈ। 1847 ਦੀ ਜਿਹੜੀ ਗੋਭ ਦੀ ਪੋਜੀਸ਼ਨ ਹੈ ਉਹ 52 ਦਿਨ ਤੇ ਹੁੰਦੀ ਹੈ ਔਰ ਇਸੇ ਤਰ੍ਹਾਂ ਹੀ ਹਰ ਫਸਲ ਦੀ ਗੋਭ ਦੀ ਪੋਜੀਸ਼ਨ ਮੁxtਲਿਫ ਦਿਨਾਂ ਦੇ ਉੱਤੇ ਹੁੰਦੀ ਹੈ। ਗੋਭ ਦੇ ਉੱਤੇ ਇਹ ਜਿਹੜੀ ਇhtiyat ਹੈ ਇਹ ਇੰਤਹਾਈ ਜ਼ਰੂਰੀ ਹੈ। ਇਹਦੀ ਵਜ੍ਹਾ ਤੋਂ ਕੀ ਹੋਏਗਾ ਕਿ ਤੁਹਾਡਾ ਮੁੰਜਰ ਜਿਹੜਾ ਫੋਕ ਵੀ ਨਹੀਂ ਆਏਗਾ, ਇੱਕ ਚੀਜ਼,
ਦੂਸਰੀ ਚੀਜ਼, ਅਗਰ ਪਹਿਲੇ ਕੋਈ ਬਿਮਾਰੀ ਨਹੀਂ ਹੈ, ਅਗਰ ਪਹਿਲੇ ਕੋਈ ਹੋਰ ਬਿਮਾਰੀ ਹੋਏ ਤੇ ਫਿਰ ਤਾਂ ਉਹਦੀ ਵਜ੍ਹਾ ਤੋਂ ਜਿਹੜਾ ਫੋਕ ਆਣਾ ਹੀ ਆਣਾ ਹੈ। ਲੇਕਿਨ ਅਗਰ ਪਹਿਲੇ ਕੋਈ ਬਿਮਾਰੀ ਨਹੀਂ ਹੈ ਤੇ ਇਸ ਤੋਂ ਬਾਅਦ ਇਨਸ਼ਾ ਤਾਲਾ ਇੱਕ ਦਾਣਾ ਵੀ ਫੋਕ ਦਾ ਨਹੀਂ ਆਏਗਾ, ਦਾਣਾ ਦਾਗਦਾਰ ਨਹੀਂ ਆਏਗਾ। ਅਗਰ ਫੌਰਨ ਤੁਸੀਂ ਕੋਈ 15-20 kg ਯੂਰੀਆ ਫਲੱਡ ਕਰ ਦਿਓ ਤੇ ਇੱਕਦਮ ਬਰਾਬਰ ਨਸਾਰਾ ਹੋਏਗਾ, ਇੱਕਦਮ ਅੱਛੀ ਬਰਾਬਰ ਪਕਾਈ ਹੋਏਗੀ। ਔਰ ਇਹਦੇ ਵਿੱਚ ਜਿਹੜਾ ਨਾ ਇਨਸ਼ਾ ਤਾਲਾ ਫਸਲ ਦੀ ਪੈਦਾਵਾਰ ਵੀ ਅੱਛੀ ਰਹੇਗੀ ਔਰ ਕਟਾਈ ਦੇ ਵਿੱਚ ਵੀ ਤੁਹਾਨੂੰ ਕੋਈ 2-4 ਦਿਨ ਦੀ ਬਚਤ ਹੋ ਜਾਏਗੀ, ਯਾਨੀ 2-4 ਦਿਨ ਦਾ ਫਾਇਦਾ ਹੋ ਜਾਏਗਾ, 2-4 ਦਿਨ ਪਹਿਲੇ ਕਟਾਈ ਹੋ ਜਾਏਗੀ। ਲੋ ਜਿੰਦੇ ਵਾਸਤੇ ਰਹੋ, ਇਹਦੇ ਨਾਲ ਹੀ ਇਜਾਜ਼ਤ ਦਿਓ। ਕਿਸਾਨ ਜ਼ਿੰਦਾਬਾਦ, ਪਾਕਿਸਤਾਨ ਭਾਈ।